वायरस एक ऐसी चीज़ है कि इन्हें एक बारी जे तो कोल्ड या फ्लू हो गया 2 हफ्तियां तुहानूं सुटना ही सुटना है। एलर्जी करके, वायरल करके, फ्लू करके, इन्फ्लुएंजा हो ये फिर बुखार हो जाएगा, निछा जुकाम खांसी रेशा, ये तो हो गई वायरल। कई बारी पोलन ग्रेन्स करके ਜਿਹੜੇ देखो जो मौसम बदलता है ਜਾਂ स्प्रिंग सीजन ਦੇ ਵਿੱਚ ਕਈਆਂ ਦੀ देखो वो फुल्लां तो हो जाती है, ਕਈਆਂ ਨੂੰ ਪੈਟ ਤੋਂ ਐਲਰਜੀ ਹੋ ਜਾਂਦੀ, ਕਈਆਂ ਨੂੰ ਕਾਰਪੈਟ ਤੋਂ ਐਲਰਜੀ, ਕਈਆਂ ਨੂੰ ਫਰ ਤੋਂ ਐਲਰਜੀ ਹੁੰਦੀ, ਕਿਸੇ ਨੂੰ ਪਰਫਿਊਮ ਤੋਂ ਹੋ ਜਾਂਦੀ, ਕਿਸੇ ਨੂੰ ਡੀਓਡਰੈਂਟ ਤੋਂ ਹੋ ਜਾਂਦੀ ਹੈ। ਜਦੋਂ ਇੱਥੇ ਤੁਸੀਂ ਡਾਕਟਰ ਕੋਲ ਜਾਂਦੇ ਤੁਹਾਡੇ ਐਲਰਜੀ ਟੈਸਟ ਕਰਦੇ ਤੇ 3600 ਚੀਜ਼ਾਂ ਦੀ ਤੁਹਾਨੂੰ ਐਲਰਜੀ ਦੱਸ ਦੇਣਗੇ। ਔਰ ਫਿਰ ਜਦੋਂ ਐਲਰਜੀ ਕੰਟਰੋਲ ਨਹੀਂ ਹੁੰਦਾ ਕਈ ਵਾਰੀ ਇੰਨੀ ਸੀਰੀਅਸ ਹੁੰਦੀ ਹੈ ਐਲਰਜਿਕ, ਜਿਹੜਾ ਮੇਰਾ ਮਤਲਬ ਕਹਿੰਦਾ ਜਿਹਨੂੰ ਅਸੀਂ ਕਈ ਵਾਰੀ ਸੀਰੀਅਸ ਦਾ ਮਤਲਬ ਇਹ ਹੈ ਕਿ ਇੱਕ ਹਰਪੀਸ ਦੀ ਬਿਮਾਰੀ ਹੁੰਦੀ ਹੈ। ਹਰਪੀਸ ਇੱਕ ਵਾਇਰਸ ਹੈ ਜਿਹੜਾ ਕਈ ਵਾਰੀ ਗੁਪਤ ਅੰਗਾਂ ਤੇ ਜਾ ਕੇ ਵੀ ਤੰਗ ਕਰਦਾ ਹੈ। ਸੋਰਾਇਸਿਸ ਇੱਕ ਐਸੀ ਬਿਮਾਰੀ ਹੈ ਕਿ ਦੇਖੋ ਤੁਹਾਡੇ ਸਰੀਰ ਤੇ ਛਾਲ ਕੇ ਹੋ ਜਾਣੇ ਸਕੇਲੀ, ਔਰ ਉਹ ਕਈ ਵਾਰੀ ਡੈਂਡਰਫ ਕਰਕੇ ਹੁੰਦੇ ਆ। ਉਸ ਬਲਗਮ ਨੂੰ ਛਾਤੀ ਤੋਂ ਬਾਹਰ ਕੱਢਣਾ ਔਰ ਛਾਂ ਆਣੀ ਬੰਦ ਹੋ ਜਾਂਦੀ, ਵੀਜ਼ਿੰਗ ਸਾਊਂਡਸ ਬੰਦ ਹੋ ਜਾਂਦੀਆਂ, ਕ੍ਰੈਪਸ ਬੰਦ ਹੋ ਜਾਂਦੀਆਂ, ਟੀਬੀ ਤੱਕ ਠੀਕ ਹੋ ਜਾਂਦੀ, ਨਮੋਨੀਆ ਤੱਕ ਠੀਕ ਹੋ ਜਾਂਦਾ। ਕੋਈ ਲੋੜ ਨਹੀਂ ਬਹੁਤੇ ਇੰਜੈਕਸ਼ਨ ਲਵਾਉਣ ਦੀ। नमस्कार, सत श्री अकाल, आदाब। मैं हूं डॉक्टर कुमार। नेचुरल होलिस्टिक हर्बल विटामिन सेंटर में सभी प्यारे दर्शकों का बहुत बहुत स्वागत है। तुहानू याद होएगा कि पिछले हफ्ते असी सारियां गल्लां करदे करदे नशियां बारे डिस्कस कीता सी, क्योंकि कुछ मैनू कई बार ये देखना पैंदा भी अजकल किहड़े पेशेंट ज़्यादा कॉल कर रहे हैं। ਤੇ ਨਾਲ ਮੈਂ ਇਹ ਵੀ ਦੱਸਿਆ ਸੀ ਕਿ ਸ਼ਾਇਦ ਜੇ ਟਾਈਮ ਮਿਲਿਆ ਤੇ ਅਗਲੇ ਹਫਤੇ ਆਪਾਂ ਐਲਰਜੀ ਬਾਰੇ ਗੱਲ ਕਰਾਂਗੇ। ਸਾਰੇ ਪੰਜਾਬੀਆਂ ਨੂੰ ਪਤਾ ਹੈ, ਹਮੇਸ਼ਾ ਅਸੀਂ ਕਹਿੰਦੇ ਆ ਐਲਰਜੀ ਰੱਬ ਦੀ ਮਰਜ਼ੀ। ਐਲਰਜੀ ਪਿਆਰਿਓ ਬੜੀ ਤਰ੍ਹਾਂ ਦੀ ਹੁੰਦੀ ਆ। ਐਲਰਜਿਕ ਰਾਈਨਾਈਟਸ, ਐਲਰਜਿਕ ਰਾਈਨੋਰੀਆ, ਐਲਰਜਿਕ ਹੈ ਫੀਵਰ, ਐਲਰਜਿਕ ਡਰਮੇਟਾਈਟਸ। ਐਲਰਜੀ ਬਾਰੇ ਕਿਉਂ ਸੋਚਿਆ ਕਿ ਦੇਖੋ ਕਈ ਵਾਰੀ ਮੌਸਮ ਬਦਲਣ ਕਰਕੇ ਅੱਜ ਕੱਲ੍ਹ ਅਸੀਂ ਜਿਹਨੂੰ ਮਿਲਦੇ ਹਾਂ, ਜਿੱਥੇ ਮਿਲਦੇ ਹਾਂ, ਭਾਵੇਂ ਕਿਸੇ ਵੀ, ਭਾਵੇਂ ਅਸੀਂ ਸਟੂਡੀਓ ਜਾਂਦੇ ਹਾਂ, ਭਾਵੇਂ ਪੇਸ਼ੈਂਟ ਮੇਰੇ ਕੋਲ ਆਉਂਦੇ, ਭਾਵੇਂ ਬੈਂਕ ਜਾਈਏ, ਪੋਸਟ ਆਫਿਸ ਜਾਈਏ, ਜਾਂ ਕਿਤੇ ਤੁਸੀਂ ਦੇਖੋ ਟ੍ਰੇਨ 'ਚੋਂ ਜਾਂ ਕਾਰ 'ਚੋਂ ਕਿਸੇ ਨਾ ਕਿਸੇ ਨੂੰ ਫਲੂ, ਨਿਛਾਂ, ਜ਼ੁਕਾਮ, ਨਜ਼ਲਾ, ਰੇਸ਼ਾ, ਬੁਖਾਰ, ਖਾਂਸੀ ਬਹੁਤ ਕਾਮਨ ਹੋਈ ਹੈ। ਵਾਇਰਲ ਹੈ। ਵਾਇਰਸ ਇੱਕ ਐਸੀ ਚੀਜ਼ ਹੈ ਕਿ ਇਹਨੇ ਇੱਕ ਵਾਰੀ ਜੇ ਤਾਂ ਕੋਲਡ ਜਾਂ ਫਲੂ ਹੋ ਗਿਆ 2 ਹਫ਼ਤਿਆਂ ਦੀ ਤੁਹਾਨੂੰ ਸੁੱਟਣਾ ਹੀ ਸੁੱਟਣਾ ਇਹਨੇ। ਇਸੇ ਕਰਕੇ ਕਿੰਨੇ ਐਪੀਸੋਡਸ ਦੇ ਵਿੱਚ ਮੈਂ ਦੱਸਿਆ ਹੋਏਗਾ ਕਿ ਜੇ ਐਲਰਜੀ ਹੋਵੇ, ਜੇ ਫਲੂ ਹੋਵੇ, ਜੇ ਵਾਇਰਲ ਹੈ ਤੇ ਇਫ ਯੂ ਟੇਕ ਮੈਡੀਸਨ ਇਟ ਵਿਲ ਟੇਕ 14 ਡੇਜ਼ ਐਂਡ ਇਫ ਯੂ ਡੋਂਟ ਟੇਕ ਮੈਡੀਸਨ ਈਵਨ ਦੈਨ ਇਟ ਵਿਲ ਟੇਕ 2 ਵੀਕਸ, ਕਿਉਂਕਿ ਕਈ ਵਾਰੀ ਉੱਥੇ ਐਂਟੀਬਾਇਓਟਿਕ ਦਾ ਰੋਲ ਨਹੀਂ ਹੁੰਦਾ। ਪਰ ਸਾਨੂੰ ਜਦੋਂ ਤੁਸੀਂ ਪਹਿਲੇ 2-3 ਦਿਨਾਂ 'ਚ ਜਦੋਂ ਕਾਲ ਕਰ ਲੈਂਦੇ ਹੋ ਤੇ ਅਸੀਂ ਤੁਹਾਨੂੰ 2 ਹਫ਼ਤੇ ਲਈ ਲੰਮੇ ਨਹੀਂ ਪੈਣ ਦੇਣਾ, 2 ਦਿਨ 'ਚ ਠੀਕ ਕਰਨਾ ਹੁੰਦਾ। ਉਹ ਕਿਉਂ? ਕਿਉਂਕਿ ਉਹ ਪੀਰੀਅਡ ਐਸਾ ਹੁੰਦਾ ਉਸ ਵੇਲੇ ਵਾਇਰਸ ਆਪਣਾ ਕੰਮ ਕਰ ਰਿਹਾ ਹੁੰਦਾ। ਸਾਡਾ ਜਿਹੜਾ ਲਾਈਨ ਆਫ ਟਰੀਟਮੈਂਟ ਕੀ ਹੁੰਦਾ, ਜੇ ਕਿਸੇ ਨੂੰ ਐਲਰਜੀ ਹੈ ਤੇ ਉਹ ਅਸੀਂ ਇਮਿਊਨ ਸਿਸਟਮ ਸਟਰੋਂਗ ਕਰਨਾ ਹੁੰਦਾ। ਮੈਂ ਤੁਹਾਨੂੰ ਕਿੰਨੀ ਵਾਰ ਦੱਸਿਆ ਆਯੁਰਵੇਦ ਇੱਕ ਐਸਾ ਪ੍ਰਿੰਸੀਪਲ ਹੈ, ਆਯੁਰਵੇਦ ਇੱਕ ਐਸੀ ਸਾਇੰਸ ਹੈ, ਐਂਸ਼ੀਐਂਟ ਮੋਸਟ ਸਾਇੰਸ ਹੈ। ਔਰ ਦੇਖੋ ਇਹ ਵਾਤ, ਪਿੱਤ, ਕਫ ਤ੍ਰਿਦੋਸ਼ਾਂ ਤੇ ਡਿਪੈਂਡ ਕਰਦਾ ਇਹਦਾ ਬੇਸ। ਔਰ ਸਪਤ ਧਾਤੂ ਸਰੀਰ ਹੈ, ਰਸ, ਰਕਤ, ਮਾंस, ਮੇਦ, ਅਸਥੀ, ਮज्जा, शुक्र, और फिर पृथ्वी, जल, वायु, तेज, आकाश, 5 एलीमेंट्स। मतलब इट्स अ वेरी डीप साइंस। दैट्स वाई जे आयुर्वेद बारे ज़्यादा तुसी नॉलेज लैनी होवे तो मेरी वैबसाइट ते बात कर सकते हो। लेकिन किसी बीमारी बारे तुसी कोई प्रॉब्लम बारे कोई सवाल पुछना ते मैनूं तुसी कॉल कर सकते हो। एलर्जी की गल इस करके कर रहे हैं कि अजकल काफ़ी पेशेंट जिहड़े आ पिछले महीने तो मैं देखे जिन्होंने विचारिਆਂ ਨੂੰ काफ़ी एलर्जी है। और मैं एम सेंडिंग द मैडिसन ऑल ओवर अमेरिका एंड कैनेडा। ਜਿਹੜੇ ਵਿਚਾਰਿਆਂ देखो ਕਈਆਂ ਨੂੰ ਵਿਚਾਰਿਆਂ ਨੂੰ ਗਲੇ 'ਚ ਖਰਾਸ਼ ਕੱਲੀ ਨਹੀਂ, ਨਾਲ ਖਾਂਸੀ ਵੀ, ਨਾਲ ਉਹਨਾਂ ਦੇ ਆਵਾਜ਼ ਡਿਸਟਰਬ ਹੋ ਗਈ, ਜਿਹਨੂੰ ਕਹਿੰਦੇ ਲੈਰਿੰਜਾਈਟਸ। ਇਹ ਭਾਵੇਂ ਲੈਰਿੰਜਾਈਟਸ ਹੋਵੇ, ਉਹਦਾ ਮਤਲਬ ਲੈਰਿੰਗਸ 'ਚ ਸੋਜ ਆ, ਜਿਹਨੂੰ ਅਸੀਂ ਕਹਿੰਦੇ ਵੋਕਲ ਕੋਰਡਸ ਦੇ ਕੋਲ ਆ ਕੇ ਪ੍ਰੋਬਲਮ ਆ ਜਾਂਦੀ। ਕਈ ਵਾਰੀ ਫੈਰਿੰਜਾਈਟਸ, ਜਿਹੜਾ ਫੈਰਿੰਜਾਈਟਸ ਦਾ ਮਤਲਬ ਹੈ ਕਿ ਜਿਹੜੇ ਮਾਊਥ ਦੇ ਪਿੱਛੇ ਜਾ ਕੇ ਜਿੱਥੇ ਫੂਡ ਦੀ ਪਾਈਪ ਜਾਣੀ ਸ਼ੁਰੂ ਹੁੰਦੀ ਉਹ ਫੈਰਿੰਗਸ ਦੇ ਤੇ। ਲੈਰਿੰਜਾਈਟਸ, ਫੈਰਿੰਜਾਈਟਸ, ਟੌਨਸਿਲਾਈਟਸ, ਪਿੱਛੇ ਗਲੇ 'ਚ ਟੌਨਸਿਲ ਗਲੈਂਡਸ ਹੁੰਦੇ ਨੇ, ਉਹਨਾਂ ਦੀ ਵੀ ਸੋਜਸ਼ ਹੋ ਜਾਂਦੀ ਹੈ। ਸੋ ਡਜ਼ਨਟ ਮੈਟਰ ਇਟਸ ਅ ਲੈਰਿੰਜਾਈਟਸ, ਡਜ਼ਨਟ ਮੈਟਰ ਇਟਸ ਅ ਫੈਰਿੰਜਾਈਟਸ ਔਰ ਈਵਨ ਟੌਨਸਿਲਾਈਟਸ, it is actually called URTI, upper respiratory tract infection। एलर्जी करके, वायरल करके, फ्लू करके, इन्फ्लुएंजा होवे ये ना फिर बुखार हो जाएगा, निछा, जुकाम, खांसी, रेशा, ये तो हो गई वायरल। कई बारी पोलन ग्रेन्स करके ਜਿਹੜੇ देखो ਜਦੋਂ
ਮੌਸਮ ਬਦਲਦਾ ਹੈ ਜਾਂ ਸਪਰਿੰਗ ਸੀਜ਼ਨ ਦੇ ਵਿੱਚ ਕਈਆਂ ਦੀ ਦੇਖੋ ਉਹ ਫੁੱਲਾਂ ਤੋਂ ਹੋ ਜਾਂਦੀ ਹੈ, ਕਈਆਂ ਨੂੰ ਪੈਟ ਤੋਂ ਅਲਰਜੀ ਹੋ ਜਾਂਦੀ, ਕਈਆਂ ਨੂੰ ਕਾਰਪੈਟ ਤੋਂ ਅਲਰਜੀ, ਕਈਆਂ ਨੂੰ ਫਰ ਤੋਂ ਅਲਰਜੀ ਹੁੰਦੀ, ਕਿਸੇ ਨੂੰ ਪਰਫਿਊਮ ਤੋਂ ਹੋ ਜਾਂਦੀ, ਕਿਸੇ ਨੂੰ ਡਿਓਡਰੈਂਟ ਤੋਂ ਹੋ ਜਾਂਦੀ ਹੈ, ਕਾਸਮੈਟਿਕਸ ਤੋਂ ਹੋ ਜਾਂਦੀ ਹੈ, ਕੱਪੜੇ ਤੋਂ ਹੋ ਜਾਂਦੀ ਹੈ। ਇਸੇ ਕਰਕੇ ਸਟਾਰਟ ਦੇ ਵਿੱਚ ਐਵੇਂ ਨਹੀਂ ਸੀ ਮੈਂ ਕਿਹਾ ਕਿ ਅਲਰਜੀ ਰੱਬ ਦੀ ਮਰਜ਼ੀ। ਜਦੋਂ ਇੱਥੇ ਤੁਸੀਂ ਡਾਕਟਰ ਕੋਲ ਜਾਂਦੇ ਤੁਹਾਡੇ ਅਲਰਜੀ ਟੈਸਟ ਕਰਦੇ ਤੇ 3600 ਚੀਜ਼ਾਂ ਦੀ ਤੁਹਾਨੂੰ ਅਲਰਜੀ ਦੱਸ ਦੇਣਗੇ ਵੀ ਬਨਾਨਾ ਚੋਂ ਹੈ, ਫਲਾਵਰ ਚੋਂ ਹੈ, ਗਲੂਟਨ ਦੀ ਹੈ। ਸੋ ਵਟ ਆਈ ਮੀਨ ਟੂ ਸੇ ਵੈਰੀ ਈਜ਼ੀ ਲਾਈਨ ਆਫ ਟਰੀਟਮੈਂਟ ਇਫ ਵੀ ਆਰ ਟਰੀਟਿੰਗ ਯੂ ਵੀ ਹੈਵ ਟੂ ਇਨਕਰੀਜ਼ ਯੋਰ ਇਮਿਊਨ ਸਿਸਟਮ। ਇਮਿਊਨ ਦਾ ਮਤਲਬ ਹੈ ਬਿਮਾਰੀ ਨਾਲ ਲੜਨ ਦੀ ਤਾਕਤ। ਜੇ ਮੈਂ ਤੁਹਾਨੂੰ ਮਾਡਰਨ ਸਾਇੰਸ ਦੇ ਤਰੀਕੇ ਨਾਲ ਦੱਸਾਂ ਤੇ ਉਹਦਾ ਮਤਲਬ ਹੈ ਕਈ ਵਾਰੀ ਤੁਸੀਂ ਆਪਣਾ ਜਦੋਂ ਬਲੱਡ ਕਾਊਂਟ ਕਰਾਉਂਦੇ ਹੋ WBC ਵਾਈਟ ਬਲੱਡ ਸੈਲਸ ਕਈ ਵਾਰੀ ਕਾਊਂਟ ਘੱਟ ਹੋ ਜਾਂਦੀ ਹੈ। ਔਰ ਫਿਰ ਜਦੋਂ ਅਲਰਜੀ ਕੰਟਰੋਲ ਨਹੀਂ ਹੁੰਦਾ ਕਈ ਵਾਰੀ ਇੰਨੀ ਸੀਰੀਅਸ ਹੁੰਦੀ ਹੈ ਅਲਰਜਿਕ, ਜਿਹੜਾ ਮੇਰਾ ਮਤਲਬ ਕਹਿੰਦਾ ਜਿਹਨੂੰ ਅਸੀਂ ਕਈ ਵਾਰੀ ਸੀਰੀਅਸ ਦਾ ਮਤਲਬ ਇਹ ਹੈ ਕਿ ਇੱਕ ਹਰਪੀਸ ਦੀ ਬਿਮਾਰੀ ਹੁੰਦੀ ਹੈ। ਹਰਪੀਸ ਇੱਕ ਵਾਇਰਸ ਹੈ ਜਿਹੜਾ ਕਈ ਵਾਰੀ ਗੁਪਤ ਅੰਗਾਂ 'ਤੇ ਜਾ ਕੇ ਵੀ ਤੰਗ ਕਰਦਾ। ਉਹਦੀ ਨਿਸ਼ਾਨੀਆਂ ਬੜੀਆਂ ਡਿਫਰੈਂਟ ਹੈ। ਉਹੀ ਹਰਪੀਸ ਜਿਹੜੀ ਈਵਨ ਜਿਹਨੂੰ ਆਪਾਂ ਦੂਸਰਾ ਕਹਿੰਦੇ ਆਲ ਇਮਿਊਨਿਟੀ ਡੈਫੀਸ਼ੀਐਂਸੀ ਸਿੰਡਰੋਮ ਏਡਸ ਤੱਕ ਵੀ। ਸੋ ਵਾਇਰਸ ਹੀ ਹੈ ਇੱਕ ਚੀਜ਼ ਜਿਹੜਾ ਛੋਟਾ ਜਿਹਾ ਵਾਇਰਸ ਹੈ, ਭਾਵੇਂ ਜੇ ਕੋਈ ਬੈਕਟੀਰੀਅਲ ਇਨਫੈਕਸ਼ਨ ਹੈ ਐਂਟੀਬਾਇਓਟਿਕ ਦਾ ਰੋਲ ਹੈ। ਤੇ ਕਿਉਂ ਨਾ ਅਸੀਂ ਇਹਦੀ ਰੂਟ ਕਾਜ਼ 'ਤੇ ਜਾਈਏ। ਉਹ ਸਾਡਾ ਦੇਸੀ ਤਰੀਕਾ ਇਹ ਹੈ ਕਿ ਅਲਰਜੀ ਕੋਈ ਵੀ ਹੋਵੇ ਇਮਿਊਨਿਟੀ ਵਧਾਉਣੀ ਹੈ, ਉਹਦੇ ਨਾਲ ਤੁਹਾਡੀ ਬਿਮਾਰੀ ਨਾਲ ਲੜਨ ਦੀ ਤਾਕਤ ਵੀ ਠੀਕ ਹੁੰਦੀ ਹੈ, ਬੁਖਾਰ ਵੀ, ਖਾਂਸੀ ਵੀ, ਰੇਸ਼ਾ ਵੀ, ਜੇ ਦਮਾ ਤੱਕ ਹੋਵੇ ਉਹ ਠੀਕ ਹੋ ਜਾਂਦਾ। ਕਿੰਨੇ ਪੇਸ਼ੈਂਟਸ ਨੂੰ ਮੈਂ ਦਮੇ ਦੀ ਦਵਾਈ ਭੇਜੀ ਇੱਕੋ ਵਾਰੀ ਖਾਣ ਨਾਲ ਠੀਕ ਹੋ ਗਏ, 1 ਮਹੀਨੇ ਦੀ ਦਵਾਈ ਨਾਲ ਹੀ। ਕੋਈ ਹੋਣਗੇ ਜਿਨ੍ਹਾਂ ਨੂੰ 2-4 ਮਹੀਨੇ ਖਾਣੀ ਪਈ, ਜਿਨ੍ਹਾਂ ਨੂੰ ਅਲਰਜੀ ਇੰਨੀ ਪੁਰਾਣੀ ਹੈ ਭਾਵੇਂ ਉਹ ਫੇਫੜਿਆਂ 'ਚ ਵੀ ਪ੍ਰੋਬਲਮ ਆਈ ਜਿਹਨੂੰ ਕਹਿੰਦੇ ਆਪਾਂ ਲੰਗਸ ਦੇ ਵਿੱਚ ਵੀ ਬਰੀਦਿੰਗ ਪ੍ਰੋਬਲਮ ਜਿਹਦੇ ਕਰਕੇ ਅਪਰ ਰੈਸਪੀਰੇਟਰੀ ਟਰੈਕਟ ਇਨਫੈਕਸ਼ਨ ਹੈ ਉਹ ਠੀਕ ਹੋਈ। ਫਿਰ ਅਲਰਜੀ ਦਾ ਮਤਲਬ ਕਈ ਵਾਰੀ ਸਕਿਨ ਅਲਰਜੀ ਹੁੰਦੀ ਹੈ, ਅਲਰਜਿਕ ਡਰਮੇਟਾਈਟਸ ਜਿਨ੍ਹਾਂ ਨੂੰ ਕਿਹਾ, ਜਿਹਦੇ 'ਚ ਸਰੀਰ 'ਤੇ ਧੱਫੜ ਪੈ ਜਾਂਦੇ ਆ ਸਾਰੇ ਸਰੀਰ 'ਤੇ। ਦੇਖੋ ਕਈ ਵਾਰੀ ਅਸੀਂ ਸੋਚੀਦਾ ਐਲਰਜੀ ਹੈ, ਕਈ ਵਾਰੀ ਉਹ ਬੈੱਡ ਬਗਸ ਹੁੰਦੇ ਆ ਤੇ ਉੱਥੇ ਕਈ ਵਾਰੀ ਦਵਾਈ ਦੀ ਵੀ ਲੋੜ ਨਹੀਂ ਹੁੰਦੀ। ਬੈੱਡ ਬਗਸ ਦਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿਉਂਕਿ ਬੈੱਡ ਬਗਸ ਨਜ਼ਰ ਨਹੀਂ ਆਉਂਦੇ। ਕਈ ਵਾਰੀ ਅਸੀਂ ਕਹਿਣਾ ਫਲਾਣਾ ਸਪਰੇਅ ਕਰ ਦਿਓ, ਨਹੀਂ ਤੇ ਸਭ ਤੋਂ ਅੱਛਾ ਤਰੀਕਾ ਹੁੰਦਾ ਕਿ ਉਹ ਵਾਲੀ ਜਿਹੜੀ ਤੁਹਾਡੀ ਮੈਟਰਸ ਹੀ ਚੁੱਕ ਕੇ ਬਾਹਰ ਸੁੱਟ ਦਿਓ। ਉੱਥੇ ਅਲਰਜੀ ਨਹੀਂ, ਉਹ ਬੈੱਡ ਬਗਸ ਹੈ। ਬੈੱਡ ਬਗਸ ਦਾ ਪਤਾ ਤੁਹਾਨੂੰ ਜਾਂ ਦੇਖੋ ਟਰਮੀਨੇਸ਼ਨ ਕਰਾਓ ਜਾਂ ਤੇ ਟਰਮੀਨੇਟਰ ਲਿਆਓ, ਨਹੀਂ ਤੇ ਬੈੱਡ ਬਗ ਤੋਂ ਬਚਣਾ ਤੇ ਆਪਣੀ ਮੈਟਰਸ ਭਾਵੇਂ ਬਦਲੋ, ਨਹੀਂ ਤੇ ਸਾਰੇ ਘਰ ਦੇ ਵਿੱਚ ਸਾਰਿਆਂ ਨੂੰ ਪੈ ਜਾਏਗੀ। ਕਿੰਨੀ ਦੁਨੀਆ ਨੂੰ ਵਿਚਾਰੇ ਨੂੰ ਪਤਾ ਨਹੀਂ, ਦਵਾਈਆਂ ਕਰਨ ਡਏ ਨੇ, ਟੀਕੇ ਲਵਾ ਰਹੇ ਨੇ, ਐਂਟੀ ਅਲਰਜਿਕ ਮੈਡੀਸਿਨਸ ਖਾ ਰਹੇ ਨੇ, ਕਈ ਸਟੇਰੋਇਡ ਖਾ ਰਹੇ ਨੇ, ਸਰੀਰ 'ਤੇ ਧੱਫੜ ਪਏ ਰਹਿੰਦੇ ਨੇ। ਉਹ ਗੱਲ ਕੁਛ ਨਹੀਂ ਹੁੰਦੀ, ਬੈੱਡ ਬਗਸ ਦੀ ਹੁੰਦੀ ਹੈ। But this is our duty to guide you properly when you talk to me on the phone. Sometimes I just guess whether you're talking about real allergy or it's a viral or an infectious or the allergic dermatitis, whether it's a skin rash। ਜੇ ਮੈਂ allergic dermatitis ਦੀ ਗੱਲ ਕੀਤੀ ਹੈ ਤੇ ਮੈਂ ਤੁਹਾਡੀ ਗੱਲ ਤੋਂ ਅੰਦਾਜ਼ਾ ਲਾਣਾ ਹੈ ਕਿ ਐਲਰਜੀ ਹੈ ਜਾਂ ਐਗਜ਼ੀਮਾ ਹੈ ਜਾਂ ਬੈੱਡ ਬਗਸ ਤੋਂ ਹੈ ਜਾਂ ਰੈਸ਼ ਹੈ ਜਾਂ ਸੋਰਾਇਸਿਸ ਹੈ। ਮੈਨੂੰ ਸੋਰਾਇਸਿਸ ਤੋਂ ਯਾਦ ਆ ਗਿਆ, ਅੱਜ ਕੱਲ੍ਹ ਮੈਂ ਬਹੁਤ ਪੇਸ਼ੈਂਟ ਸੋਰਾਇਸਿਸ ਡੀਲ ਕਰ ਰਹੇ ਹਾਂ। ਇਹਨਾਂ ਸਾਰਿਆਂ ਤੋਂ ਸੋਰਾਇਸਿਸ ਦੇ ਵਿੱਚ ਮੈਨੂੰ ਸੌਰੀ ਇਸ ਕਰਕੇ ਕਹਿਣਾ ਪੈਂਦਾ ਕਿ ਸਮਟਾਈਮਜ਼ ਇਟ ਟੇਕਸ ਰੀਅਲੀ ਲੌਂਗ ਟਾਈਮ। ਅਲਰਜੀ ਹੋਵੇ, ਐਗਜ਼ੀਮਾ ਹੋਵੇ, ਰੈਸ਼ ਹੋਵੇ, ਧੱਫੜ ਹੋਣ, ਅਸੀਂ ਕਿੰਨੀ ਜਲਦੀ ਠੀਕ ਕਰਦੇ ਹਾਂ। ਉਹਦੇ ਤੁਹਾਨੂੰ ਖਾਣ ਵਾਲੀ ਦਵਾਈ ਦੇਣੀ, ਨਾਲੇ ਲਾਉਣ ਵਾਲੀ ਦੇਣੀ, ਨਾਲੇ ਉਹ ਰੂਟ ਕਾਜ਼ ਤੋਂ ਠੀਕ ਕਰਦੀ ਹੈ। ਲੇਕਿਨ ਜੇ ਉਹ ਸੋਰਾਇਸਿਸ ਹੈ, ਸੋਰਾਇਸਿਸ ਦਾ ਮਤਲਬ ਕਹਿੰਦਾ ਤੁਸੀਂ ਕਈ ਦੁਨੀਆ ਸਮਝਦੀ ਵਾਟ ਇਜ਼ ਸੋਰਾਇਸਿਸ। ਸੋਰਾਇਸਿਸ ਇੱਕ ਐਸੀ ਬਿਮਾਰੀ ਹੈ ਕਿ ਦੇਖੋ ਤੁਹਾਡੇ ਸਰੀਰ 'ਤੇ ਛਾਲ ਕੇ ਹੋ ਜਾਣੇ ਸਕੇਲੀ, ਔਰ ਉਹ ਕਈ ਵਾਰੀ ਡੈਂਡਰਫ ਕਰਕੇ ਹੁੰਦੇ ਆ, ਔਰ ਸਰੀਰ ਦੇ ਛਾਲ ਕੇ ਤੁਹਾਡੇ ਝਾੜ ਕੇ ਸਾਰਾ ਸਰੀਰ 'ਤੇ ਕਈ ਵਾਰੀ ਤੁਸੀਂ ਝਾੜ ਕੇ ਤੰਗ ਹੋ ਜਾਂਦੇ ਤੇ ਥੱਲੇ ਤੱਕ ਉਹ ਜਿਹੜੇ ਛਿਲ ਕੇ ਔਰ ਫਿਰ ਰੈਸ਼, ਰੈਡਨੈਸ, ਇਚਿੰਗ, ਔਰ ਕੋਈ ਦੁਨੀਆ ਭਰ ਦੀ ਉਹਨਾਂ ਨੇ ਦਵਾਈ ਨਹੀਂ ਛੱਡੀ ਹੁੰਦੀ। ਸਮਟਾਈਮਜ਼ ਇਟ ਇਜ਼ ਅ ਸਿਬੋਰਿਕ ਡਰਮੇਟਾਈਟਸ। ਇਹਦਾ ਇੱਕ ਕਾਰਨ ਡੈਂਡਰਫ ਵੀ ਹੈ। ਔਰ ਜੇ ਕਈ ਵਾਰੀ ਮੈਂ ਤੁਹਾਡੇ ਨਾਲ ਸੋਰਾਇਸਿਸ ਦੀ ਗੱਲ ਕਰ ਰਿਹਾ, ਸੋਰਾਇਸਿਸ ਕਈ ਵਾਰੀ ਫੈਮਿਲੀ 'ਚ ਵੀ ਹੋ ਸਕਦੀ ਹੈ। ਇਹਦੇ 'ਚ ਫਿਰ ਗੱਲ ਆ ਗਈ ਇਮਿਊਨਿਟੀ ਦੀ। ਸਾਡੀ ਹਰ ਬਿਮਾਰੀ ਦਾ ਇਲਾਜ ਅਸੀਂ ਇੰਨਾ ਸੌਖਾ ਤਰੀਕਾ ਹੈ ਇਮਿਊਨ ਸਿਸਟਮ ਚੇਂਜ ਕਰਨਾ। ਉਹਦੇ ਲਈ ਤੁਹਾਨੂੰ ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਸਾਡੇ ਕੋਲ ਦੇਸੀ ਹੈ ਬਹੁਤ ਮੁਸ਼ਕਿਲ ਹੁੰਦੀਆਂ ਉਹ ਅਰੇਂਜ ਕਰਨੀਆਂ। ਜੇ ਉਹ ਅਸਲੀ ਚੀਜ਼ਾਂ ਤੁਹਾਨੂੰ ਪਿਓਰ ਮਿਲਣ, ਤੁਸੀਂ ਨੋਟ ਕਰਨਾ ਸਾਰੀ ਦੁਨੀਆ ਨੂੰ, ਆਲ ਓਵਰ ਅਮਰੀਕਾ, ਕੈਨੇਡਾ, ਜਿਨ੍ਹਾਂ ਨੂੰ ਮੇਰੀ ਐਲਰਜੀ ਦੀ ਦਵਾਈ ਗਈ ਜਾਂ ਅਲਰਜਿਕ ਡਰਮੇਟਾਈਟਸ ਦੀ ਗਈ, ਦੇਖਿਆ ਉਹਨਾਂ ਦਾ ਇਮਿਊਨ ਸਿਸਟਮ ਵੀ ਸਟਰੋਂਗ ਹੋਇਆ। ਜੇ ਉਹਨਾਂ ਨੂੰ ਅਪਰ ਰੈਸਪੀਰੇਟਰੀ ਟਰੈਕਟ ਇਨਫੈਕਸ਼ਨ ਕਿੰਨੇ ਸਾਲਾਂ ਤੋਂ ਸੀ, ਉਹਨਾਂ ਦਾ ਦਮਾ ਤੱਕ ਠੀਕ ਹੋ ਗਿਆ। ਕੋਈ ਯੂਜ਼ ਨਹੀਂ, ਇਨਹੇਲਰ ਯੂਜ਼ ਕਰਨ ਦੀ ਲੋੜ ਨਹੀਂ, ਤਾਂ ਸਾਰੀ ਉਮਰ ਤੁਹਾਨੂੰ ਨਹੀਂ। ਐਮਰਜੈਂਸੀ ਜਾਣਾ ਪਿਆ, ਪੇਸ਼ੈਂਟਸ ਨੂੰ ਆਕਸੀਜਨ ਲਵਾ ਕੇ ਠੀਕ ਨਹੀਂ ਹੋਏ, ਅਸੀਂ ਉਹ ਦਵਾਈ ਘਰ ਬੈਠੇ ਠੀਕ ਹੋਏ। ਇਨਹੇਲ ਕਰਨ ਲਈ ਡ੍ਰੌਪਸ ਦਿੱਤੇ, ਨੱਕ 'ਚ ਪਾਉਣ ਲਈ ਦਵਾਈ ਦਿੱਤੀ, ਭਾਫ ਲਈ ਲੱਗ ਦਿੱਤੀ, ਔਰ ਇੰਨੇ ਸੌਖੇ ਤਰੀਕੇ ਕਈ ਅਸੀਂ ਦੇਸੀ ਟੋਟਕੇ, ਕਈ ਪਰਹੇਜ਼ ਦੱਸਿਆ, ਤੁਸੀਂ ਘਰ ਬੈਠੇ ਕਰ ਸਕਦੇ ਹੋ। ਸੋ ਪਿਆਰੇ ਦਰਸ਼ਕੋ,
ਐਲਰਜੀ ਹੋਵੇ, ਖਾਰਿਸ਼ ਹੋਵੇ, ਐਲਰਜਿਕ ਡਰਮੇਟਾਈਟਸ ਹੋਵੇ, ਸੋਰਾਇਸਿਸ ਹੋਵੇ, ਸਕਿਨ ਡਿਸਆਰਡਰ ਹੋਣ, IM ਫੋਨ ਕਾਲ ਵੇ। ਵਾਇਰਲ ਹੋਵੇ, ਇਨਫਲੂਐਂਜ਼ਾ ਹੋਵੇ, ਐਲਰਜਿਕ ਹੈ ਫੀਵਰ ਹੋਵੇ। ਅੱਜ ਕੱਲ੍ਹ ਕਿਉਂਕਿ ਐਲਰਜੀ ਬਹੁਤ ਕਾਮਨ ਦੇਖਿਆ ਮੈਂ, ਕਿੰਨੀ ਦੁਨੀਆ ਨੂੰ ਅੱਜ ਕੱਲ੍ਹ ਇਹ ਜ਼ਿਆਦਾ ਪ੍ਰੋਬਲਮਸ ਐਲਰਜੀ ਤੋਂ ਹੋ ਰਹੀਆਂ। ਔਰ ਫਿਰ ਉਹਨਾਂ ਦੇ ਡਾਕਟਰਸ ਨੇ ਸਾਰੇ ਐਲਰਜੀ ਟੈਸਟ ਕਰਾਏ ਔਰ ਫਿਰ ਉਹਨਾਂ ਦੇ ਵਿੱਚ ਕਈ ਕਿਸਮ ਦੀ ਐਲਰਜੀ ਦੇਖੀ ਹੈ। ਅਸੀਂ ਕਿਹਾ ਤੁਸੀਂ ਸਭ ਕੁਝ ਖਾਓ, ਕੁਛ ਨਹੀਂਗਾ। ਅਸੀਂ ਤੁਹਾਨੂੰ ਇਹ ਵੀ ਨਹੀਂ ਕਹਿਣਾ ਵੀ ਇਹ ਨਾ ਖਾਓ, ਅਸੀਂ ਤੁਹਾਨੂੰ ਕਹਿਣਾ ਇਹ ਜਿਨ੍ਹਾਂ ਚੀਜ਼ਾਂ ਤੋਂ ਐਲਰਜੀ ਤੁਹਾਨੂੰ ਦੱਸੀ ਉਹ ਚੀਜ਼ਾਂ ਖਾਓ। ਫਿਰ ਹੈਰਾਨੀ ਹੈ ਕਿ ਉਹ ਪਰਹੇਜ਼ ਵੀ ਉਹਨਾਂ ਦੇ ਛਡਾਏ ਔਰ ਉਹਨਾਂ ਨੂੰ ਖਾਣ ਵਾਲੀ ਦਵਾਈ ਔਰ ਲਾਉਣ ਵਾਲੀ ਦਵਾਈ ਨਾਲ, ਜੇ ਉਹ ਸਕਿਨ ਦੀ ਹੈ ਤਾਂ। ਅਤੇ ਜੇ ਉਹ ਉਸ ਤਰ੍ਹਾਂ ਹੀ ਐਲਰਜੀ ਹੈ, ਅਸੀਂ ਕਈ ਵਾਰੀ ਡ੍ਰੌਪਸ ਦਿੱਤੇ ਇਨਹੇਲ ਕਰਨ ਦੇ ਲਈ ਆਯੁਰਵੈਦਿਕ ਤਰੀਕੇ ਨਾਲ। ਸੀਰੀਅਸ ਪੇਸ਼ੈਂਟਸ ਐਲਰਜੀ ਦੇ ਜਿਨ੍ਹਾਂ ਨੂੰ ਕਿੰਨੇ ਸਾਲ ਹੋ ਗਏ ਨੇ, ਰੈਸਪੀਰੇਟਰੀ ਪ੍ਰੋਬਲਮਸ ਨੇ, ਜਿਹੜੇ ਮੈਂ ਦੱਸਿਆ ਵੀ ਲੈਰਿੰਜਾਈਟਸ ਵੀ, ਟੌਂਸਲਾਈਟਸ ਵੀ, ਐਸਥਮਾ ਵੀ, ਬ੍ਰੋਂਕਾਈਟਸ ਵੀ, ਬ੍ਰੋਂਕੀਅਲ ਐਸਥਮਾ, ਐਸਥਮੈਟਿਕ। ਔਰ ਫਿਰ ਦ ਗੁੱਡ ਥਿੰਗ ਅਬਾਊਟ ਆਵਰ ਟਰੀਟਮੈਂਟ ਦੈਟ ਇਟ ਕਾਜ਼ਿਜ਼ ਬ੍ਰੋਂਕੋਡਾਇਲੇਟੇਸ਼ਨ, ਐਕਸਪੈਕਟੋਰੇਸ਼ਨ। ਉਹਦਾ ਮਕਸਦ ਇਹ ਹੈ ਕਿ ਦੇਸੀ ਤਰੀਕੇ ਦੇ ਨਾਲ ਅਸੀਂ ਉਸ ਬਲਗਮ ਨੂੰ ਛਾਤੀ ਤੋਂ ਬਾਹਰ ਕੱਢਣਾ ਔਰ ਛਾਂ ਆਣੀ ਬੰਦ ਹੋ ਜਾਂਦੀ, ਵੀਜ਼ਿੰਗ ਸਾਊਂਡਸ ਬੰਦ ਹੋ ਜਾਂਦੀਆਂ, ਕ੍ਰੈਪਸ ਬੰਦ ਹੋ ਜਾਂਦੀਆਂ, TB ਤੱਕ ਠੀਕ ਹੋ ਜਾਂਦੀ, ਨਮੋਨੀਆ ਤੱਕ ਠੀਕ ਹੋ ਜਾਂਦਾ। ਕੋਈ ਲੋੜ ਨਹੀਂ ਬਹੁਤੇ ਇੰਜੈਕਸ਼ਨ ਲਵਾਉਣ ਦੀ। ਸਾਰੀ ਦੁਨੀਆ ਜਿੰਨਿਆਂ ਨੇ ਦੇਖੋ, ਤੁਸੀਂ ਨੋਟ ਕਰਨਾ ਵੀ ਫਲੂ ਹੋਇਆ, ਸਾਰਿਆਂ ਨੇ ਸ਼ਾਟਸ ਲਵਾਏ ਹੋਏ ਔਰ ਹਰ ਸਾਲ ਲਵਾ ਰਹੇ ਨੇ ਔਰ ਕਿੰਨੇ ਸਾਲਾਂ ਤੋਂ ਲਵਾ ਰਹੇ। ਮੇਰੇ ਕਿੰਨੇ ਐਪੀਸੋਡਸ ਇਹਨੂੰ ਤੁਸੀਂ ਨੋਟ ਕੀਤਾ, ਮੈਂ ਕਈ ਵਾਰੀ ਇੱਥੇ ਤੱਕ ਦੱਸਿਆ ਕਿ ਦਿਸ ਇਜ਼ ਆਲਸੋ ਏ ਸਾਈਨ ਆਫ ਡਾਇਬਟੀਜ਼ ਇਨ ਦ ਬਿਗਨਿੰਗ। ਕਈ ਵਾਰੀ ਫਲੂ ਦੇ ਜਿਹੜੇ ਸਿੰਪਟਮਸ ਹੁੰਦੇ, ਮਰੀਜ਼ ਵਿਚਾਰਾ ਫਲੂ ਟਰੀਟਮੈਂਟ ਕਰ ਰਿਹਾ ਹੁੰਦਾ, ਕਈ ਵਾਰੀ ਉਹ ਸ਼ੂਗਰ ਦੇ ਸਿੰਪਟਮਸ ਹੁੰਦੇ। ਕਈ ਮੇਰੇ ਐਪੀਸੋਡ ਜੇ ਤੁਸੀਂ ਹਜੇ ਤੱਕ ਵੀ ਨਾ ਦੇਖੇ ਹੋ ਤਾਂ ਤੁਸੀਂ YouTube 'ਤੇ ਜਾ ਕੇ ਦੇਖ ਸਕਦੇ ਹੋ। ਸੋ ਪਿਆਰੇ ਦਰਸ਼ਕੋ, ਅੱਜ ਆਪਾਂ ਐਲਰਜੀ ਦੀ ਗੱਲ ਕਰ ਰਹੇ ਹਾਂ। ਐਲਰਜੀ ਕਰਕੇ ਕਈ ਵਾਰੀ ਜੇ ਸਾਈਨੋਸਾਈਟਸ ਦਾ ਮਤਲਬ ਹੈ ਸਿਰ ਦੇ ਵਿੱਚ, ਮੱਥੇ 'ਚ ਦਰਦ ਹੋਏਗੀ, ਫਰੰਟਲ ਸਾਈਨੋਸਾਈਟਸ। ਔਰ ਫਿਰ ਸਾਈਡ 'ਤੇ ਹੋਏਗੀ ਤੇ ਪਰਾਈਟਲ ਸਾਈਨੋਸਾਈਟ। ਸਿਰ ਦੀ ਬੈਕ ਤੇ ਹੋਗੀ ਤੇ occipital sinusitis. So today I'm talking about allergic, doesn't matter, frontal sinusitis, parietal sinusitis, occipital sinusitis, that is just inflammation of the sinuses। ਪੰਜਾਬੀ ਚ ਉਹਨੂੰ ਕਹਿੰਦੇ ਆ ਰੇਸ਼ਾ ਜੰਮ ਗਈ, ਮੱਥੇ 'ਚ ਜੰਮ ਗਈ, ਪੁੜਪੜੀਆਂ 'ਚ ਜੰਮ ਗਈ, ਉਹਦੇ ਨਾਲ ਮੱਥਾ ਦਰਦ, ਸਿਰ ਦਰਦ, ਨੱਕ ਵਗੇਗਾ, ਨਿੱਛਾਂ ਆਉਣਗੀਆਂ, ਫਲੂ ਹੋਏਗਾ, ਬੁਖਾਰ ਹੋਏਗਾ, ਅੱਖਾਂ 'ਚੋਂ ਪਾਣੀ, ਨੱਕ 'ਚੋਂ ਪਾਣੀ, ਮਰੀਜ਼ ਵਿਚਾਰਾ ਦੁਖੀ ਹੋ ਜਾਂਦਾ। ਮਹੀਨਾ 2 ਮਹੀਨੇ ਹੋ ਗਏ, ਕਈ ਪੇਸ਼ੈਂਟਸ ਵਿਚਾਰੇ ਇੰਨੇ ਸੀਰੀਅਸ ਹੋ ਗਏ ਕਿ ਫਿਰ ਉਹ ਹੌਸਪੀਟਲਾਈਜੇਸ਼ਨ ਕਰਨੀ ਪਈ। ਔਰ ਅਸੀਂ ਇਹੋ ਜਿਹੇ ਐਲਰਜੀ ਦੇ ਪੇਸ਼ੈਂਟ ਵੱਧ ਤੋਂ ਵੱਧ ਉਹਨਾਂ ਨੂੰ ਹਫ਼ਤਾ 2 ਹਫ਼ਤੇ ਦੀ ਦਵਾਈ, ਜੇ ਉਹ ਵਾਕਈ ਫਲੂ ਹੋਣ ਲੱਗਾ ਤੇ ਉੱਥੇ ਬਚਾਏ। ਕਈ ਵਾਰੀ ਮੇਰੇ ਕੋਲ ਇੱਕ ਐਸਾ ਪਾਊਡਰ ਹੈ, ਤੁਸੀਂ ਪਾਣੀ 'ਚ ਪਾ ਕੇ ਪੀਓ, ਉਹਦੇ ਨਾਲ ਹੀ ਤੁਹਾਡਾ ਜ਼ੁਕਾਮ ਵੀ ਠੀਕ, ਫਲੂ ਵੀ ਠੀਕ, ਐਲਰਜੀ ਵੀ ਠੀਕ, ਬੁਖਾਰ ਵੀ ਠੀਕ। ਨਹੀਂ ਤੇ ਬੁਖਾਰ ਨੇ 15 ਦਿਨ ਨਹੀਂ ਤੁਹਾਨੂੰ ਉੱਠਣ ਦੇਣਾ। ਸੇਲਾਈਨ ਵਾਟਰ ਗਾਰਗਲਸ ਕਰੋ, ਐਲੋਵੇਰਾ ਐਕਟੀਵੇਟਰ ਯੂਜ਼ ਕਰੋ, ਮੈਥੋਲਿਪਟਸ ਤੁਸੀਂ ਚੈਸਟ 'ਤੇ ਮਲੋ, ਉਸੇ ਚੀਜ਼ ਨੂੰ ਇਨਹੇਲ ਕਰੋ, ਐਲੋਵੇਰਾ ਜੂਸ ਪੀਓ, ਐਲੋਵੇਰਾ ਦੇ ਐਕਸਟ੍ਰੈਕਟਰ ਤੁਸੀਂ ਇੱਥੇ ਤੱਕ ਕਿ ਐਲੋਵੇਰਾ ਦੇ ਆਈ ਡ੍ਰੌਪਸ ਵੀ ਹੁੰਦੇ ਨੇ, ਲੇਕਿਨ ਕਈ ਵਾਰੀ ਉਹਦੀ ਕੰਸਨਟ੍ਰੇਸ਼ਨ ਦੇਖਣੀ ਪੈਂਦੀ ਹੈ। ਹਰ ਬਿਮਾਰੀ ਦਾ ਇਲਾਜ ਆਯੁਰਵੇਦ। ਐਵੇਂ ਤਾਂ ਨਹੀਂ ਕਹਿੰਦਾ ਮੈਂ ਹਮੇਸ਼ਾ ਕਿ ਹਿੰਮਤੇ ਮਰਦਾ ਮੱਦੇ ਖੁਦਾ, ਹਰ ਦਰਦ ਕੀ ਦਵਾ ਹੈ ਆਯੁਰਵੇਦਾ। ਸੋ ਪਿਆਰੇ ਦਰਸ਼ਕੋ, ਮੇਰਾ ਜਦੋਂ ਐਪੀਸੋਡ ਆ ਰਿਹਾ ਹੋਵੇ ਤੇ ਇਹ ਨੋਟ ਕਰਨਾ, ਟੌਪਿਕ ਕੋਈ ਵੀ ਹੋਵੇ, ਤੁਹਾਨੂੰ ਕਿਸੇ ਕਿਸਮ ਦੀ ਸਰੀਰਕ, ਮਾਨਸਿਕ, ਸੈਕਸੁਅਲ ਪ੍ਰੋਬਲਮ ਹੋਵੇ, ਵੀ ਆਰ ਦੇਅਰ ਟੂ ਹੈਲਪ ਯੂ and you are always most welcome to give me a phone call or just leave a leaf message, or you can log on to my website, or a lot of information is on the website, or you can log on to the YouTube as well। ਔਰ ਇਹਦੇ ਨਾਲ ਤੁਸੀਂ ਇਹ ਨੋਟ ਕਰਨਾ, ਕਈ ਪਿਆਰੇ ਦਰਸ਼ਕ ਆਲ ਓਵਰ ਅਮਰੀਕਾ ਜਾਂ ਕੈਨੇਡਾ ਜੇ ਮੈਨੂੰ ਪਹਿਲੀ ਵਾਰੀ ਦੇਖ ਰਹੇ ਹੁੰਦੇ ਨੇ ਤੇ ਉਹ ਹਮੇਸ਼ਾ ਇਹ ਜ਼ਰੂਰ ਨੋਟ ਕਰਿਆ ਕਰਨ ਕਿ ਜੇ ਅਸੀਂ ਕਿਸੇ ਬਿਮਾਰੀ ਬਾਰੇ ਗੱਲ ਕਰ ਰਹੇ ਹਾਂ ਤੇ ਅਸੀਂ ਉਸੇ ਦਾ ਇਲਾਜ ਨਹੀਂ ਕਰਦੇ। ਤੁਸੀਂ ਹਮੇਸ਼ਾ ਕਾਲ ਕਰਕੇ ਸ਼ਾਰਟ ਜਿਹਾ ਮੈਸੇਜ ਮੈਨੂੰ ਦੱਸਣਾ ਹੁੰਦਾ, ਆਪਣੀ ਹਿਸਟਰੀ ਦੱਸਣੀ। ਅਸੀਂ ਹਰ ਬਿਮਾਰੀ ਦਾ ਇਲਾਜ ਦੇਸੀ ਤਰੀਕੇ ਨਾਲ ਕਰਦੇ ਹਾਂ, ਵਿਦਆਊਟ ਐਨੀ ਸਾਈਡ ਇਫੈਕਟ। ਔਰ ਫਿਰ ਵੀ ਤੁਹਾਨੂੰ ਮੈਂ ਦੱਸਣਾ ਚਾਹਾਂਗਾ, ਕਈ ਦਰਸ਼ਕ ਪਹਿਲੀ ਵਾਰੀ ਦੇਖ ਰਹੇ ਹੁੰਦੇ ਨੇ, ਮੇਰਾ ਸ਼ੋਅ ਗਲੋਬਲ ਪੰਜਾਬ 'ਤੇ ਹਰ ਬੁੱਧਵਾਰ ਸ਼ਾਮੀ 6:30 ਵਜੇ, ਔਰ ਉਹੀ ਸ਼ੋਅ ਫਿਰ ਰਿਪੀਟ ਹੁੰਦਾ ਵੀਰਵਾਰ ਤੇ ਸ਼ਨੀਵਾਰ 12:45 ਸਟੈਂਡਰਡ ਈਸਟਰਨ ਟਾਈਮ। ਦੁਬਾਰਾ ਰਿਪੀਟ ਕਰਦਾ, ਸਟੈਂਡਰਡ ਈਸਟਰਨ ਟਾਈਮ 6:30 ਵਜੇ ਬੁੱਧਵਾਰ, ਔਰ ਫਿਰ ਵੀਰਵਾਰ ਤੇ ਸ਼ਨੀਵਾਰ 12:45 ਤੇ, ਜਾਂ ਤੁਸੀਂ ਗਲੋਬਲ ਪੰਜਾਬ TV ਤੇ ਕੈਲੰਡਰ ਤੇ ਜਾ ਕੇ YouTube ਤੇ ਵਾਚ ਕਰ ਸਕਦੇ ਹੋ ਸਾਰੇ ਐਪੀਸੋਡ ਜੇ ਨਾ ਦੇਖੇ ਹੋਣ। ਯੂ ਆਰ ਆਲਵੇਜ਼ ਮੋਸਟ ਵੈਲਕਮ। ਆਈ ਐਮ ਜਸਟ ਏ ਫੋਨ ਕਾਲ ਅਵੇ। ਟਾਈਮ ਇਜਾਜ਼ਤ ਨਹੀਂ ਦੇ ਰਿਹਾ। ਮੇਰਾ ਖਿਆਲ ਆਪਾਂ ਆਪਣੇ ਸ਼ਬਦਾਂ ਦੀ ਬਾਣੀ ਨੂੰ ਵਿਰਾਮ ਦਿੰਦੇ ਹੋਏ, ਤੁਹਾਡੇ ਕੋਲ ਇਜਾਜ਼ਤ ਲੈਂਦੇ ਹੋਏ, ਨਮਸਕਾਰ, ਸਤਿ ਸ਼੍ਰੀ ਅਕਾਲ। ਅਗਲੇ ਹਫਤੇ ਫਿਰ ਮਿਲਾਂਗੇ, ਕਿਸੇ ਹੋਰ ਟੌਪਿਕ ਤੇ ਗੱਲ ਕਰਾਂਗੇ। ਥੈਂਕਸ ਫॉर ਵਾਚਿੰਗ ਟੂ ਮੀ ਐਂਡ ਥੈਂਕਸ ਫॉर ਲਿਸਨਿੰਗ ਟੂ ਮੀ। ਸਤਿ ਸ਼੍ਰੀ ਅਕਾਲ।
ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।